everyone, welcome to the YouTube channel of Education World. So आज ਅਸੀਂ ਕੀ डिस्कस ਕਰਨ ਜਾ ਰਹੇ ਹਾਂ पिंक रेवोल्यूशन मोस्ट कंट्रोवर्शियल क्वेश्चन ऑफ ETT पेपर 2 2021। ਕੱਲ एजुकेशन वर्ल्ड ਦੇ ਚੈਨਲ ਤੇ ਅਸੀਂ ਥੋੜੇ ਦਿਨ ਪਹਿਲਾਂ ਡਿਟੇਲਡ ਐਨਾਲਿਸਿਸ ਕੀਤਾ ਸੀ ਤੇ ਕੱਲ ਅਸੀਂ ਆਬਜੈਕਸ਼ਨਸ ਦੀ ਲਿਸਟ ਪਾਈ ਸੀ ਕਿ ਕਿਹੜੇ-ਕਿਹੜੇ ਕੁਐਸਚਨ ਨੇ ਜਿਹੜੇ ਆਬਜੈਕਸ਼ਨੇਬਲ ਨੇ ਤੇ ਤੁਹਾਡੇ ਸਾਰਿਆਂ ਦੇ ਸਟੂਡੈਂਟਸ ਦਾ ਬਹੁਤ ਸਾਰਾ ਕਨਫਿਊਜ਼ਨ ਭਰਿਆ ਜਿਹੜਾ ਹੈਗਾ ਟਾਕ ਰਿਹਾ ਕਮੈਂਟਸ ਰਹੇ ਆਬਜੈਕਸ਼ਨੇਬਲ ਵੀਡੀਓ ਤੇ ਜਿਹਦੇ ਵਿੱਚ ਤੁਹਾਨੂੰ ਇਹ ਕਨਫਿਊਜ਼ਨ ਸੀ ਕਿ ਪਿੰਕ ਰੈਵੋਲੂਸ਼ਨ ਅਨੀਅਨ ਨਾਲ ਰਿਲੇਟਡ ਹੈ ਜਾਂ ਫਿਰ ਮੀਟ ਪ੍ਰੋਸੈਸਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈ ਕਿਉਂਕਿ ਜਦੋਂ ਕੁਐਸਚਨ ਆਇਆ ਸੀ ਤੇ ਕੁਐਸਚਨ ਦੇ ਵਿੱਚ ਦੋਨੋਂ ਹੀ ਆਪਸ਼ਨਸ ਸੀ ਮੀਟ ਵਾਲਾ ਡੀ ਆਪਸ਼ਨ ਸੀ ਤੇ ਅਨੀਅਨ ਵਾਲਾ ਬੀ ਆਪਸ਼ਨ ਸੀ ਸੋ ਬਹੁਤ ਸਾਰੇ ਕਮੈਂਟਸ ਜਿਹੜੇ ਹੈਗੇ ਆ ਉਹ ਪਿੰਕ ਰੈਵੋਲੂਸ਼ਨ ਦੇ ਕੁਐਸਚਨ ਨੂੰ ਲੈ ਕੇ ਜਿਹੜੇ ਹੈਗੇ ਆ ਈਟੀਟੀ ਦੀ ਆਬਜੈਕਸ਼ਨ ਵਾਲੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇ ਜਿਹਦੀ ਕਲੈਰੀਫਿਕੇਸ਼ਨ ਲੈ ਕੇ ਜਿਹੜੇ ਹੈਗੇ ਅਸੀਂ ਤੁਹਾਡੇ ਸਾਹਮਣੇ ਪ੍ਰਸਤੁਤ ਹੋਏ ਆ ਤੁਹਾਨੂੰ ਦੱਸਣ ਲੱਗਿਆ ਕਿ ਪਿੰਕ ਰੈਵੋਲੂਸ਼ਨ ਐਕਚੁਅਲ ਦੇ ਵਿੱਚ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਮੀਟ ਹੀ ਹੈ ਕੁਐਸਚਨ ਫਿਰ ਵੀ ਆਬਜੈਕਸ਼ਨੇਬਲ ਹੈ ਕਿਉਂਕਿ ਤੁਸੀਂ ਵੀ ਆਪਣੇ ਸੋਰਸਸ ਜਿਹੜੇ ਹੈਗੇ ਆ ਉਹ ਵੇਖੇ ਹੋਣਗੇ ਅਸੀਂ ਵੀ ਆਪਣੇ ਸੋਰਸਸ ਜਿਹੜੇ ਹੈਗੇ ਆ ਉਹ ਵੇਖੇ ਆ ਇਹਦੇ ਵਿੱਚ ਬੁੱਕਸ ਵੀ ਇਨਕਲੂਡਡ ਨੇ ਜਰਨਲਸ ਵੀ ਇਨਕਲੂਡਡ ਨੇ ਵੈਬ ਪੇजेस ਵੀ ਇਨਕਲੂਡਡ ਨੇ ਬੁੱਕਸ ਜਰਨਲਸ ਤੇ ਵੈਬ ਪੇजेस ਤੋਂ ਡਾਟਾ ਪੂਰੀ ਤਰ੍ਹਾਂ ਨਾਲ ਕ੍ਰਾਸ ਚੈੱਕ ਕਰਕੇ ਆਪਣੇ ਐਕਸਪਰਟ ਫੈਕਲਟੀ ਜਿਹੜੀ ਹੈਗੀ ਆ ਉਹਨਾਂ ਸਾਰਿਆਂ ਦੀ ਹੈਲਪ ਦੇ ਨਾਲ ਅਸੀਂ ਇਹ ਕੁਐਸਚਨ ਨੂੰ ਫਿਰ ਤੋਂ ਐਨਾਲਾਈਜ਼ ਕੀਤਾ ਤੇ ਇਹਦਾ ਜਿਹੜਾ ਆਨਸਰ ਬਣਦਾ ਹੈ ਇਹ ਕੁਐਸਚਨ ਫਿਰ ਵੀ ਆਬਜੈਕਸ਼ਨੇਬਲ ਹੈ ਕਿਉਂਕਿ ਤੁਹਾਨੂੰ ਵੀ ਕਿਤੇ ਵੈਬ ਪੇजेस ਦੇ ਉੱਤੇ ਇੱਕ ਅਨੀਅਨ ਵਾਲਾ ਮਿਲਿਆ ਹੋਏਗਾ ਪਰ ਮੋਸਟਲੀ ਜਿਹੜਾ ਹੈਗਾ ਇੰਡੀਆ ਦੇ ਕੰਟੈਕਸਟ ਦੇ ਵਿੱਚ ਇਹ ਮੀਟ ਤੇ ਪੋਲਟਰੀ ਪ੍ਰੋਸੈਸਿੰਗ ਇੰਡਸਟਰੀ ਨੂੰ ਲੈ ਕੇ ਸ਼ੋ ਹੁੰਦਾ ਸੋ ਜਿਸ ਤਰ੍ਹਾਂ ਨਾਲ ਤੁਹਾਨੂੰ ਸਾਰਿਆਂ ਨੂੰ ਸੀ ਕਿ ਇਹਦਾ ਕੀ ਪ੍ਰੂਫ ਹੈ ਜਾਂ ਨੌਲੇਜ ਚੈੱਕ ਕਰਨੀ ਚਾਹੀਦੀ ਹੈ ਜਾਂ ਜੋ ਵੀ ਹੈ ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਪ੍ਰੈਜ਼ੈਂਟ ਕਰਦੇ ਹਾਂ ਸੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਇਹ ਜਿਹੜਾ ਹੈਗਾ ਤੁਹਾਨੂੰ ਹਵਾਲਾ ਦਿੱਤਾ ਗਿਆ ਪਿੰਕ ਰੈਵੋਲੂਸ਼ਨ ਜਿਹੜਾ ਹੈਗਾ ਇਹ ਤੁਹਾਨੂੰ ਸਾਫ਼ ਲੱਭੇ ਕਰਦਾ ਆਈਏਐਸ ਠੀਕ ਹੈ ਨਾ ਦਈਆ ਆਈਏਐਸ ਉਡਾਨ ਇੱਥੋਂ ਹੀ ਅਸੀਂ ਇਹ ਜਿਹੜਾ ਹੈਗਾ ਤੁਹਾਨੂੰ ਰੈਫਰੈਂਸ ਦੇ ਰਹੇ ਹਾਂ ਨਾਲ ਕਿਉਂਕਿ ਅਸੀਂ ਬੁੱਕਸ ਵੀ ਵੇਖੀਆਂ ਅਸੀਂ ਜਰਨਲਸ ਵੀ ਵੇਖੇ ਨੇ ਅਸੀਂ ਵੈਬ ਪੇजेस ਵੀ ਵੇਖੇ ਨੇ ਸੋ ਕੁਝ ਉਹਦੇ ਵਿੱਚੋਂ ਇਨਸਟੈਂਸਸ ਜਿਹੜੇ ਹੈਗੇ ਅਸੀਂ ਤੁਹਾਨੂੰ ਸ਼ੋ ਕਰ ਰਹੇ ਹਾਂ ਕੁਝ ਸਕਰੀਨਸ਼ਾਟ ਸ਼ੋ ਕਰ ਰਹੇ ਹਾਂ ਧਿਆਨ ਨਾਲ ਵੇਖੋ ਇਸ ਚੀਜ਼ ਨੂੰ ਪਿੰਕ ਰੈਵੋਲੂਸ਼ਨ ਰੈਫਰਸ ਟੂ ਦ ਮਾਡਰਨਾਈਜੇਸ਼ਨ ਆਫ ਦ ਮੀਟ ਐਂਡ ਪੋਲਟਰੀ ਸੈਕਟਰ ਇਨ ਇੰਡੀਆ ਇੰਡੀਆ ਦੇ ਵਿੱਚ ਪਿੰਕ ਰੈਵੋਲੂਸ਼ਨ ਕਿਹਦੇ ਨਾਲ ਰਿਲੇਟਡ ਹੈ ਮੀਟ ਤੇ ਪੋਲਟਰੀ ਪ੍ਰੋਸੈਸਿੰਗ ਸੈਕਟਰ ਦੇ ਨਾਲ ਠੀਕ ਹੈ ਇਹਦੇ ਵਿੱਚ ਤੁਹਾਨੂੰ ਹੁਣ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਜੇ ਹਜੇ ਵੀ ਤੁਹਾਨੂੰ ਲੱਗਦਾ ਫਿਰ ਉਸ ਤੋਂ ਬਾਅਦ ਵੇਖੋ Potential and challenges of pink revolution in India. Meat and poultry processing sector in the country has greatest potential for the growth. ਜਿੱਥੇ ਵੀ ਪਿੰਕ ਰੈਵੋਲੂਸ਼ਨ ਦੀ ਗੱਲ ਹੁੰਦੀ ਪਈ ਆ ਉੱਥੇ ਹੀ ਮੀਟ ਤੇ ਪੋਲਟਰੀ ਪ੍ਰੋਸੈਸਿੰਗ ਸੈਕਟਰ ਦੀ ਗੱਲ ਹੁੰਦੀ ਪਈ ਆ ਦੇਖੋ ਜਦੋਂ ਹੁਣ ਅਸੀਂ ਇਹ ਕਹੀਏ ਕਿ ਗ੍ਰੀਨ ਰੈਵੋਲੂਸ਼ਨ ਅਚੀਵ ਕਰਨੀ ਹੈ ਇੰਡੀਆ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਲਿਆਣੀ ਹੈ ਤੇ ਅਸੀਂ ਵੀਟ ਤੇ ਰਾਈਸ ਦੇ ਉੱਤੇ ਫੋਕਸ ਕਰਾਂਗੇ ਨਾ ਅਸੀਂ ਵੀਟ ਤੇ ਰਾਈਸ ਦੀ ਪੈਦਾਵਾਰ ਤੇ ਫੋਕਸ ਕਰਾਂਗੇ ਸੋ ਜਦੋਂ ਪਿੰਕ ਰੈਵੋਲੂਸ਼ਨ ਲਿਆਉਣ ਦੀ ਗੱਲ ਕਰਦੇ ਪਿਆ ਪਿੰਕ ਰੈਵੋਲੂਸ਼ਨ ਦੀ ਗਰੋਥ ਦੀ ਗੱਲ ਕਰਦੇ ਪਿਆ ਉਹਦੇ ਪੋਟੈਂਸ਼ੀਅਲਸ ਦੀ ਉਹਦੇ ਚੈਲੰਜਸ ਦੀ ਗੱਲ ਕਰਦੇ ਪਿਆ ਤੇ ਗੱਲ ਹੁੰਦੀ ਪਈ ਹੈ ਮੀਟ ਤੇ ਪੋਲਟਰੀ ਪ੍ਰੋਸੈਸਿੰਗ ਸੈਕਟਰ ਦੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿੰਦੇ ਆ potential of the pink revolution term used to denote the technological revolutions in the meat and poultry processing sector साफ साफ लिखा गया है pink revolution is a term used to denote the technological revolutions in the meat and the poultry processing sector ठीक है ਇਸ ਤੋਂ ਬਾਅਦ ਹੋਰ ਵੇਖ ਲੈਂਦੇ ਆ ਹਜੇ ਤੱਕ ਅਸੀਂ 3 ਤੋਂ 4 ਸਕਰੀਨਸ਼ਾਟ ਵੇਖ ਚੁੱਕੇ ਆ ਫਿਰ ਇੱਕ ਵਾਰੀ ਧਿਆਨ ਨਾਲ ਵੇਖ ਲੈਂਦੇ ਆ देखो India has already witnessed the various revolutions like green revolution and white revolution its food enterprise that was related to milk and agriculture green revolution high yielding variety of sources ਜਿਹੜੇ ਕਿ ਆਪਾਂ ਸੀਡਸ ਤੇ ਫਰਟੀਲਾਈਜ਼ਰਸ ਯੂਜ਼ ਕੀਤੇ ਸੀ ਕਿਹਦੇ ਵਿੱਚ ਕੀਤੇ ਸੀ ਕਿ ਜਿਹੜਾ ਸਾਡਾ ਪ੍ਰੋਡਕਟਸ ਨੇ ਜਿਹੜੇ ਵੀਟ ਤੇ ਰਾਈਸ ਨੇ ਉਹ ਜ਼ਿਆਦਾ ਇਨਕਰੀਜ਼ ਹੋ ਜਾਣ ਤੇ ਜਿਹੜੀ ਮਿਲਕ ਰੈਵੋਲੂਸ਼ਨ ਹੈ ਜਿਹੜੀ ਵਾਈਟ ਰੈਵੋਲੂਸ਼ਨ ਹੈ ਉਹ ਮਿਲਕ ਨਾਲ ਹੁਣ ਅੱਗੇ ਧਿਆਨ ਨਾਲ ਸੁਣੋ The term pink revolution refers to the technological revolutions in the meat and poultry processing sector in the country introduced by Durgesh Patel. And pink revolution is focused on poultry and meat processing. साफ साफ लिखा गया है नाल उन्होंने यह भी लिखा onion production and pharmaceuticals भी लिखा पर ਇਹਦੇ ਨਾਲ क्वेश्चन ਜਿਹੜਾ ਹੈਗਾ objectionable ਹੀ ਹੁੰਦਾ ਹੈ ਅਸੀਂ ਤੁਹਾਨੂੰ objectionable question ਹੀ ਦੱਸੇ ਹੈ ਸਭ ਤੋਂ ਜ਼ਿਆਦਾ ਦੇਖੋ ਮੈਜੋਰਿਟੀ ਚ ਜਿਹੜੀਆਂ ਵੋਟਸ ਨੇ ਉਹ ਮੀਟ ਨੂੰ ਲੈ ਕੇ ਨੇ ਮੀਟ ਐਂਡ ਪੋਲਟਰੀ ਸੈਕਟਰ ਤੁਹਾਨੂੰ ਬੀ ਆਪਸ਼ਨ ਅਨੀਅਨ ਦਿੱਤਾ ਗਿਆ ਸੀ ਤੁਹਾਨੂੰ ਡੀ ਆਪਸ਼ਨ ਮੀਟ ਦਿੱਤਾ ਗਿਆ ਸੀ ਸੋ ਇਹ ਕੁਐਸਚਨ ਆਬਜੈਕਸ਼ਨੇਬਲ ਬੰਦਾ ਹੈ ਕਿਉਂਕਿ ਦੁਰਗੇਸ਼ ਪਟੇਲ ਜਿਹੜਾ ਹੈਗਾ ਜਿਨ੍ਹਾਂ ਨੇ ਇੰਟਰੋਡਿਊਸ ਕੀਤੀ ਪਿੰਕ ਰੈਵੋਲੂਸ਼ਨ ਉਹਨਾਂ ਨੇ ਪੋਲਟਰੀ ਤੇ ਮੀਟ ਪ੍ਰੋਸੈਸਿੰਗ ਵੀ ਕਿਹਾ ਅਨੀਅਨ ਪ੍ਰੋਡਕਸ਼ਨ ਵੀ ਕਿਹਾ ਤੇ ਫਾਰਮਾਸਿਊਟੀਕਲਸ ਵੀ ਕਿਹਾ
से ਉੱਥੇ ਵੀ ਕੁਐਸਚਨ ਆਬਜੈਕਸ਼ਨੇਬਲ ਹੀ ਹੁੰਦਾ ਹੈ। ਉੱਥੇ ਇਹ ਨਹੀਂ ਹੈ ਕਿ ਮੀਟ ਆਨਸਰ ਸਹੀ ਨਹੀਂ ਹੈ, ਕਿਉਂਕਿ ਮੀਟ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਰਿਨਾਊਂਡ ਇੰਡੀਆ ਦੇ ਵਿੱਚ ਮੰਨਿਆ ਜਾਂਦਾ ਹੈ। ਇੰਡੀਆ ਦੀ ਪਿੰਕ ਰੈਵੋਲੂਸ਼ਨ ਨੂੰ ਮੀਟ ਐਂਡ ਪੋਲਟਰੀ ਪ੍ਰੋਸੈਸਿੰਗ ਸੈਕਟਰ ਦੇ ਵਿੱਚ ਵੇਖਿਆ ਜਾਂਦਾ ਹੈ। ਨੈਕਸਟ ਇਹ ਵੀ ਵੇਖ ਲਓ, ਇੰਡੀਆਜ਼ ਪਿੰਕ ਰੈਵੋਲੂਸ਼ਨ ਸਾਫ਼-ਸਾਫ਼ ਲਿਖਿਆ ਗਿਆ ਇੰਡੀਆ ਦੀ ਪਿੰਕ ਰੈਵੋਲੂਸ਼ਨ। ਹੁਣ ਇੱਥੇ ਧਿਆਨ ਨਾਲ ਵੇਖੋ, ਇੰਡੀਆ ਦਾ ਜਿਹੜਾ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਹੈ, ਜੇ ਤੁਸੀਂ ਈਟੀਟੀ ਦਾ ਪੇਪਰ ਦਿੱਤਾ ਹੈਗਾ ਜਿਹੜਾ ਕਿ ਤੁਹਾਨੂੰ ਬਹੁਤ ਜ਼ਿਆਦਾ ਡਾਊਟ ਹੈਗਾ ਕਿ ਪਿੰਕ ਰੈਵੋਲੂਸ਼ਨ ਅਨੀਅਨ ਨਾਲ ਰਿਲੇਟਡ ਹੈ, ਮੀਟ ਦੇ ਨਾਲ ਰਿਲੇਟਡ ਨਹੀਂ ਹੈ, ਸੋ ਇੱਥੇ ਵੀ ਜਿਹੜਾ ਹੈਗਾ ਇੰਡੀਆ ਦੀ ਸੰਸਥਾ ਹੀ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਖੁਦ ਕਹਿੰਦੀ ਵੀ ਹੈ ਆਫ ਦ UNFAO has now found that India is well on its way to modernizing the meat and poultry processing। फिर पिंक रेवोल्यूशन ਦੀ ਗੱਲ ਜਿਹੜੀ ਹੈਗੀ ਹੈ ਉਹ thus realizing the pink revolution too। फिर ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿਹਦੀ ਕੀਤੀ ਹੈ, पिंक revolution ਦੀ ਕੀਤੀ ਹੈ। so pink revolution is related to the meat and poultry processing। again journals of India, ਇਹ ਹਵਾਲਾ ਕਿਸ ਚੀਜ਼ ਦਾ, ਜਿਹੜਾ ਕਿ ਮੈਂ ਤੁਹਾਨੂੰ ਕਿਹਾ ਕਿ ਅਸੀਂ ਜਰਨਲਸ ਵੀ ਫੋਲੋ ਕੀਤੇ ਆ। ਜਰਨਲਸ ਤੁਹਾਨੂੰ ਸਾਰਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਪਤਾ ਹੋਣਾ ਚਾਹੀਦਾ ਹੈ ਕਿ ਜਰਨਲਸ ਜਿਹੜੇ ਹੈਗੇ ਬੜੇ ਹੀ ਕ੍ਰੈਡੀਬਲ ਸੋਰਸਸ ਤੋਂ ਮੰਨੇ ਜਾਂਦੇ ਨੇ। ਕ੍ਰੈਡੀਬਲ ਸੋਰਸਸ ਹੁੰਦੇ ਨੇ, ਕ੍ਰੈਡੀਬਲ ਸੋਰਸ ਦਾ ਮਤਲਬ ਇਹ ਹੈ ਕਿ ਜਿਹਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ, ਐਕਿਊਰੇਟ ਇਨਫੋਰਮੇਸ਼ਨ ਇਹ 'ਚ ਪ੍ਰੋਵਾਈਡਡ ਹੁੰਦੀ ਹੈ। ਹੁਣ ਇਸ ਜਰਨਲ ਦਾ ਸੋਰਸ ਵੇਖੋ, ਦ ਹਿੰਦੂ ਨਿਊਜ਼ਪੇਪਰ, ਜਿਹਦਾ ਐਨਾਲਿਸਿਸ UPSC ਲਈ, SSC ਲਈ ਸਾਰੇ ਸਟੂਡੈਂਟਸ ਜਿਹੜੇ IAS ਐਸਪੀਰੈਂਟਸ ਹੁੰਦੇ ਨੇ ਉਹ ਵੀ ਦ ਹਿੰਦੂ ਦੀ ਸਪੋਰਟ ਲੈਂਦੇ ਨੇ। ਸੋ ਇਹਦੇ ਵਿੱਚ ਵੀ ਜਿਹੜਾ ਲਿਖਿਆ ਗਿਆ benefits of pink revolution modernization of the sector, ਇਹਦੇ ਵਿੱਚ ਵੀ ਉਹਨੇ ਪੋਲਟਰੀ ਤੇ ਕੈਟਲ ਦੀ ਗੱਲ ਕੀਤੀ ਹੈ, ਮੀਟ ਦੀ ਹੀ ਗੱਲ ਕੀਤੀ ਹੈ। ਕਿਹਦੀ ਗੱਲ ਕੀਤੀ ਹੈ, ਮੀਟ ਦੀ ਹੀ ਗੱਲ ਕੀਤੀ ਹੈ। फिर उस तो बाद व्हाट इज पिंक रेवोल्यूशन, अगेन उसने पिंक रेवोल्यूशन, इंडिया इज अ कंट्री that is rich in poultry and cattle and has a high potential to growth in this sector, है ना। so pink revolution is focused on poultry and meat processing, onion production, pharmaceuticals। again इस क्वेश्चन को ऑब्जेक्शनेबल बनाता है क्योंकि सब तो पहली चीज प्राइमरी होने फिर इतने मीट ते पोल्ट्री ही यूज किया है, अनियन भी यूज किया है, पर ਉਹਦੇ ਨਾਲ ਵੀ क्वेश्चन ऑब्जेक्शनेबल बनता है। पर ਜਿਹੜੀ मेजॉरिटी व्यूज ने ਉਹ मीट एंड पोल्ट्री ਦੇ ਨੇ, क्योंकि इंडिया ਦੇ ਕੰਟੈਕਸਟ ਦੇ ਵਿੱਚ ਤੁਸੀਂ ਜੇ ਵੇਖੋ ਤੇ ਉਹ मीट ही है। बायजूस की गल कर लेने हैं, ठीक है, वन ऑफ द क्रेडिबल सोर्स इंडियन वेब पेज है, क्रेडिबल वेब पेज कह लो जिथों सारे स्टूडेंट्स पढ़ते हैं 4th 10th जो भी है स्टूडेंट्स इत्थों भी रेफरेंस लेंदे ने, ठीक है। लास्ट रेफरेंस है, लास्ट दे विच असीं इसनूं इंक्लूडेड कीता है सेकंड लास्ट दे विच, तां करके कि तुहानूं इस तो भी पता लग जाए। देखो दुर्गेश पटेल जिहड़े है ते फादर दसे गए हैं, पिंक रेवोल्यूशन denotes the technological used in poultry and meat processing, ठीक है। अगेन है जिहड़ा है मीट प्रोसेसिंग का सैक्टर दसिया गया, किहड़ा सैक्टर दसिया गया, मीट प्रोसेसिंग का। फिर एक और गल कर लो, इत्थे साफ-साफ लिखिया एस्पिरेंट्स वुड फाइंड दिस आर्टिकल यूजफुल व्हेन प्रिपेयरिंग फॉर द IAS एग्जाम। अगे देखो विकीपीडिया, विकीपीडिया एक्यूरेट इंफॉर्मेशन दिंदा है, ठीक है, चलो कुछ हद तक एक्यूरेट कह लेने, पर 8 तो 10 व्यूज नु, 8 तो 10 स्क्रीनशॉट्स नु, 8 तो 10 सोर्सेस नु ते तुसी ऐ नहीं ना कह सकते कि ए जेड़ा है गलत लिखिया गया। साफ-साफ लिखिया गया पिंक रेवोल्यूशन इन इंडिया refers to the production of meat in India, meat ਦੀ ਗੱਲ ਕੀਤੀ ਗਈ ਹੈ ਪਿੰਕ ਰੈਵੋਲੂਸ਼ਨ ਦੇ ਵਿੱਚ। ਸੋ ਹੁਣ ਧਿਆਨ ਨਾਲ ਸੁਣੋ, ETT ਪੇਪਰ 2 ਦੇ ਵਿੱਚ ਐਵਲੇ ਹੈਗੀ ਹੈ ਕੁਐਸਚਨ, ਹੈ ਨਾ, ਉਹਦੇ ਵਿੱਚ ਅਨੀਅਨ ਆਪਸ਼ਨ ਵੀ ਗਿਵਨ ਹੈ, ਮੀਟ ਆਪਸ਼ਨ ਵੀ ਗਿਵਨ ਹੈ। ਜਦੋਂ ਅਸੀਂ ਪੇਪਰ ਕਰਦੇ ਆ ਤੇ ਸਾਡਾ ਧਿਆਨ ਕਿਸ ਚੀਜ਼ ਨੂੰ ਲੈ ਕੇ ਰਹਿੰਦਾ, ਸਾਡਾ ਧਿਆਨ ਇਸ ਚੀਜ਼ ਨੂੰ ਲੈ ਕੇ ਰਹਿੰਦਾ ਕਿ ਬੈਸਟ ਆਪਸ਼ਨ ਕੀ ਹੈ, ਠੀਕ ਹੈ, व्हाट इज द बेस्ट ऑप्शन। ਅਨੀਅਨ ਦੀ ਵੀ ਗੱਲ ਕੀਤੀ ਗਈ ਹੈ, ਪਰ ਸਭ ਤੋਂ ਜ਼ਿਆਦਾ ਗੱਲ ਤੇ ਮੀਟ ਐਂਡ ਪੋਲਟਰੀ ਦੀ ਕੀਤੀ ਗਈ ਹੈ। बकायदे ਉਹਦੇ ਫਾਦਰ ਦਾ ਨਾਮ ਲੈ ਕੇ, ਦੁਰਗੇਸ਼ ਪਟੇਲ ਸਰ ਦਾ ਨਾਮ ਲੈ ਕੇ ਮੀਟ ਐਂਡ ਪੋਲਟਰੀ ਪ੍ਰੋਸੈਸਿੰਗ ਸੈਕਟਰ ਦੀ ਗੱਲ ਕੀਤੀ ਗਈ ਹੈ। ਸੋ ਬੈਸਟ ਆਪਸ਼ਨ ਜਿਹੜਾ ਹੈਗਾ ਉਹ ਮੀਟ ਹੈਗਾ। ਸੋ ਜਿਹੜੇ ਤੁਸੀਂ ਕਮੈਂਟਸ ਕੀਤੇ ਹੈਗੇ ਆ ਕਿ ਨੌਲੇਜ ਬੈਂਕ ਨੂੰ ਇਨਕਰੀਜ਼ ਕਰਨਾ ਹੈ, ਸੋ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਤੁਹਾਡਾ ਨੌਲੇਜ ਬੈਂਕ ਕਾਫੀ ਇਨਕਰੀਜ਼ ਹੋ ਗਿਆ ਹੋਏਗਾ ਕਿ ਮੈਕਸਿਮਮ ਸੋਰਸਸ ਜਿਹੜੇ ਹੈਗੇ ਆ, ਜੇ ਤੁਸੀਂ ਕ੍ਰੋਨਿਕਲਸ ਦੇਖੋ, ਕਲੀਅਰ IAS ਚੈੱਕ ਕਰ ਲਓ, ਕ੍ਰੋਨਿਕਲਸ ਚੈੱਕ ਕਰ ਲਓ, ਕੋਈ ਵੀ ਹੋਰ ਕ੍ਰੈਡੀਬਲ ਸੋਰਸ ਚੈੱਕ ਕਰ ਲਓ, ਸਾਰਿਆਂ ਦੇ ਉੱਤੇ ਮੀਟ ਐਂਡ ਪੋਲਟਰੀ ਪ੍ਰੋਸੈਸਿੰਗ ਸੈਕਟਰ ਪ੍ਰਾਇਮਰੀ वर्ड यूज किया गया रिलेटेड टू द पिंक रेवोल्यूशन इन इंडिया। पर फिर भी ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਪਏ ਕਿ ਇਹ ਅਨੀਅਨ ਨਾਲ ਰਿਲੇਟਡ ਨਹੀਂ ਹੈ, ਅਸੀਂ ਸਿਰਫ ਇਹ ਕਹਿੰਦੇ ਪਏ ਕਿ ਦੋ ਚੀਜ਼ਾਂ ਹੁੰਦੀਆਂ, ਇੱਕ ਪ੍ਰਾਈਮ ਇੱਕ ਸੈਕੰਡਰੀ, ਠੀਕ ਹੈ। ਪ੍ਰਾਇਮਰੀ ਤੌਰ ਤੇ ਸਾਰੀ ਜਗ੍ਹਾ ਮੀਟ ਐਂਡ ਪੋਲਟਰੀ ਪ੍ਰੋਸੈਸਿੰਗ ਯੂਨਿਟ ਹੀ ਹੈਗਾ, ਠੀਕ ਹੈ, ਤੇ ਸੈਕੰਡਰੀ ਤੌਰ ਤੇ ਉਹਨੂੰ ਅਨੀਅਨ ਦੇ ਨਾਲ ਵੀ ਲਿੰਕ ਕੀਤਾ ਗਿਆ, ਪਰ ਕੁਐਸਚਨ ਤੇ ਫਿਰ ਵੀ ਆਬਜੈਕਸ਼ਨੇਬਲ ਹੀ ਹੈ। क्वेश्चन ਦੇ ਵਿੱਚ ऑब्जेक्शन है, ਤੁਸੀਂ ਇਹ ਨਹੀਂ ਕਹਿ ਸਕਦੇ ਕਿ क्वेश्चन ऑब्जेक्शनेबल नहीं है।
ਹਾਊ ਕੈਨ ਯੂ ਸੇ, ਤੁਸੀਂ ਇਹ ਕਿਸ ਤਰ੍ਹਾਂ ਨਾਲ ਕਹਿ ਸਕਦੇ ਹੋ ਕਿ ਕ੍ਰੋਨਿਕਲਸ ਗਲਤ ਹੈ, ਕਲੀਅਰ ਆਈਏਐਸ ਗਲਤ ਹੈ? ਚਲੋ ਐਜੂਕੇਸ਼ਨ ਵਰਲਡ ਸਾਡੇ ਅਕੋਰਡਿੰਗ, ਸਾਡੇ ਐਕਸਪੀਰੀਅੰਸ ਫੈਕਲਟੀ ਦੇ ਅਕੋਰਡਿੰਗ, ਜਿਨ੍ਹਾਂ ਨੇ ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮਸ ਕਲੀਅਰ ਕੀਤੇ ਆ, ਬਹੁਤ ਜ਼ਿਆਦਾ ਸਾਲਾਂ ਦਾ ਜਿਨ੍ਹਾਂ ਦਾ ਐਕਸਪੀਰੀਅੰਸ ਹੈ, ਉਹਨਾਂ ਦੀ ਨਜ਼ਰ ਦੇ ਵਿੱਚ ਜਦੋਂ ਮੀਟ ਐਂਡ ਪੋਲਟਰੀ ਪ੍ਰੋਸੈਸਿੰਗ ਸੈਕਟਰ ਠੀਕ ਹੈ ਤੇ ਤੁਸੀਂ ਉਸ ਨੂੰ ਕੁਐਸਚਨ ਕਰ ਰਹੇ ਹੋ, ਤੇ ਤੁਸੀਂ ਬਾਕੀ ਸੋਰਸਸ ਵੀ ਚੈੱਕ ਕਰ ਸਕਦੇ ਹੋ। ਜਰਨਲਸ ਆਫ ਇੰਡੀਆ ਨੂੰ ਰੈਕੋਗਨਾਈਜ਼ ਕਰੋ, ਬੁੱਕਸ ਨੂੰ ਰੈਕੋਗਨਾਈਜ਼ ਕਰੋ, ਅਦਰ ਵੈਬ ਪੇजेस ਨੂੰ ਰੈਕੋਗਨਾਈਜ਼ ਕਰੋ, ਵੱਡੇ ਵੱਡੇ ਇੰਸਟੀਟਿਊਸ਼ਨਸ ਜਿਹੜੇ ਹੋਰ ਵੀ ਨੇ ਜਿਹੜੇ ਪੜ੍ਹਾਈ ਕਰਦੇ ਨੇ ਉਹਨਾਂ ਨੇ ਵੀ ਮੀਟ ਐਂਡ ਪੋਲਟਰੀ ਸੈਕਟਰ ਦਾ ਆਨਸਰ ਦਿੱਤਾ ਹੈ। ਸੋ ਅਗੇਨ ਆਈ ਐਮ ਰਿਪੀਟਿੰਗ ਕਿ ਕੁਐਸਚਨ ਆਬਜੈਕਸ਼ਨੇਬਲ ਹੈ, ਚਾहे आंसर अनियन दिता गया, चाहे आंसर मीट दिता गया, क्वेश्चन इज ऑब्जेक्शनेबल, क्वेश्चन इज नॉट एट ऑल ऑब्जेक्शनेबल। सो बड़ी क्लियर ਅਸੀਂ ਵੀਡੀਓ ਬਣਾਈ ਸੀ ਜਿਹਦੇ ਚ ऑब्जेक्शनेबल क्वेश्चन ਦੇ ਆਨਸਰ ਤੁਹਾਨੂੰ ਦੱਸੇ ਸੀ, ਬਿਲਕੁਲ ਐਕਿਊਰੇਟ ਆਨਸਰ ਅਸੀਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਪ੍ਰਾਇਮਰੀ ਆਨਸਰਸ, ਬਰੀਫ ਆਨਸਰਸ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਆਈ ਹੋਪ ਹੁਣ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਨੌਲੇਜੇਬਲ ਰਹੀ ਹੋਏਗੀ, ਤੁਹਾਡੇ ਨੌਲੇਜ ਬੈਂਕ ਨੂੰ ਇਹਨਾਂ ਨੇ ਇਨਕਰੀਜ਼ ਕੀਤਾ ਹੋਏਗਾ। ਸੋ ਆਈ ਹੋਪ ਤੁਸੀਂ ਜਿਹੜਾ ਹੈਗਾ ਇਹਦੇ ਨਾਲ ਆਪਣਾ ਜਿਹੜਾ ਹੈਗਾ ਕਨਫਿਊਜ਼ਨ ਕਲੀਅਰ ਕਰ ਲਓ। ਧੰਨਵਾਦ।